ਇਸ ਲਈ ਤੁਹਾਡਾ ਵਾਪਸ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 43 ਹੈ। ਅੱਜ ਅਸੀਂ ਗੱਲ ਕਰਾਂਗੇ ਮੈਟ੍ਰਿਕਸ ਦੇ ਰੈਂਕ ਉੱਪਰ ਜੋ ਕਿ ਮੈਟ੍ਰਿਕਸ ਅਲਜਬਰਾ ਲੀਨੀਅਰ ਅਲਜਬਰਾ ਦੇ ਟੌਪਿਕ ਵਿੱਚੋਂ ਹੈ ਅਤੇ ਉਸ ਪਰਿਭਾਸ਼ਾ ਬਾਰੇ ਚਰਚਾ ਕਰਾਂਗੇ ਜਿਸ ਦਾ ਅਸੀਂ ਆਪਣੇ ਪਿਛਲੇ ਲੈਕਚਰ ਵਿੱਚ ਜ਼ਿਕਰ ਕੀਤਾ ਹੈ, ਜੋ ਕਿ ਮੈਟ੍ਰਿਕਸ ਦਾ ਰੈਂਕ ਹੈ। ਨਾਨ-ਜ਼ੀਰੋ ਰੋ ਜਾਂ ਤਰੁਵੀਆਂ ਦੀ ਗਿਣਤੀ ਆਪਣੀ ਘਟੀ ਹੋਈ ਰੋ ਐਸ਼ਲੋਨ ਫਾਰਮ ਬਣਦਾ ਹੈ। ਸੋ ਕਿ ਇਹ ਰੋ ਘਟਾਈ ਗਈ ਐਸ਼ਲੋਨ ਫਾਰਮ ਬਹੁਤ ਮਹੱਤਵਪੂਰਨ ਹੈ। ਇਹ ਸਾਨੂੰ ਮੈਟ੍ਰਿਕਸ ਬਾਰੇ ਬਹੁਤ ਕੁਝ ਦੱਸਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਧਾਰਨਾ ਹੈ ਜੋ ਇਸ ਰੈਂਕ ਬਾਰੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਵਿੱਚ ਵਰਤੀ ਜਾਂਦੀ ਹੈ। ਇਸ ਲਈ ਮੈਟ੍ਰਿਕਸ ਦਾ ਦਰਜਾ ਤਰੁਵੀ ਦੀ ਸੰਖਿਆ ਹੈ ਜਿਸ ਨੂੰ ਅਸੀਂ ਆਪਣੇ ਘਟਾਏ ਹੋਏ ਏਕੇਲਨ ਰੂਪ ਵਿੱਚ ਦੇਖਦੇ ਹਾਂ, ਇਸ ਲਈ ਅਸੀਂ ਇਸ ਨੂੰ ਲੈਂਦੇ ਹਾਂ ਜੋ ਕਿ ਪਿਛਲੇ ਲੈਕਚਰਾਂ ਵਿੱਚ ਵਰਤਿਆ ਗਿਆ ਸੀ। ਅਸੀਂ ਇਸ ਦਾ ਰੋ ਘਟਾਇਆ ਹੋਇਆ ਐਸ਼ਲੋਨ ਫਾਰਮ ਦੇਖਿਆ ਹੈ ਜੋ ਇੱਥੇ ਦਿੱਤਾ ਗਿਆ ਹੈ, ਇਸ ਲਈ ਇਹ ਇਸ ਮੈਟ੍ਰਿਕਸ ਦਾ ਰੋ ਘਟਾਇਆ ਗਿਆ ਐਸ਼ਲੋਨ ਫਾਰਮ ਹੈ। ਅਤੇ ਹੁਣ ਕੀ ਹੈ? ਸਾਨੂੰ ਗਿਣਤੀ ਕਰਨ ਦੀ ਲੋੜ ਹੈ ਤਰੁਵੀਆਂ। ਇੱਥੇ ਇੱਕ ਤਰੁਵੀ ਹੈ ਅਤੇ ਇਹ ਵੀ ਇੱਕ ਤਰੁਵੀ ਹੈ ਅਤੇ ਇਹ ਦੋ ਵੀ ਤਰੁਵੀ ਹੈ, ਇਸ ਲਈ ਸਾਡੇ ਕੋਲ 1 ਤੋਂ 3 ਹਨ। ਇੱਥੇ 3 ਤਰੁਵੀਆਂ ਹਨ ਇਸ ਘਟੀ ਹੋਈ ਰੋ ਐਸ਼ਲੋਨ ਫਾਰਮ ਵਿੱਚ ਅਤੇ ਇਸ ਲਈ ਇਸ ਮੈਟ੍ਰਿਕਸ ਦਾ ਰੈਂਕ 3 ਹੈ। ਅਤੇ ਇਸ ਲਈ ਇੱਥੇ 3 ਤਰੁਵੀਆਂ ਅਤੇ ਰੈਂਕ ਹਨ ਅਤੇ ਪਰਿਭਾਸ਼ਾ ਅਨੁਸਾਰ ਮੈਟ੍ਰਿਕਸ ਦਾ ਦਰਜਾ ਕੁਝ ਵੀ ਨਹੀਂ ਹੈ ਮਗਰ ਇਹ ਤਰੁਵੀਆਂ ਦੀ ਗਿਣਤੀ ਹੈ ਘਟੀ ਰੋ ਐਸ਼ਲੋਨ ਫਾਰਮ ਵਿੱਚ ਜੋ ਕਿ 3 ਹੈ। ਇਸ ਉਦਾਹਰਣ ਵਿੱਚ ਇਸ ਪਰਿਭਾਸ਼ਾ ਦਾ ਨਤੀਜਾ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ। ਇਹ ਪਤਾ ਲਗਾਓ ਕਿ ਇੱਕ m ਕਰੋਸ n ਮੈਟ੍ਰਿਕਸ ਦਾ ਰੈਂਕ n ਜਾਂ m ਤੋਂ ਵੱਧ ਨਹੀਂ ਹੋ ਸਕਦਾ, ਇਸ ਲਈ ਕਿ m ਕਤਾਰਾਂ ਦੀ ਸੰਖਿਆ ਅਤੇ ਕਾਲਮਾਨ ਦੀ ਸੰਖਿਆ ਹੈ ਅਤੇ ਰੈਂਕ m ਜਾਂ n ਤੋਂ ਵੱਧ ਨਹੀਂ ਹੋ ਸਕਦਾ। ਇਹ ਹੋਣਾ ਚਾਹੀਦਾ ਹੈ m ਅਤੇ n ਦਾ ਘੱਟੋ ਘੱਟ। ਕਾਰਨ ਸਪਸ਼ਟ ਹੈ ਕਿਉਂਕਿ ਹਰ ਰੋ ਜਾਂ ਹਰੇਕ ਕਾਲਮ ਵਿੱਚ ਇੱਕ ਤੋਂ ਵੱਧ ਤਰੁਵ ਨਹੀਂ ਹੋ ਸਕਦਾ। ਕਾਲਮ ਵਿੱਚ ਵੱਧ ਤੋਂ ਵੱਧ ਇੱਕ ਹੀ ਹੋ ਸਕਦਾ ਹੈ ਤਰੁਵ ਜਾਂ ਰੋ, ਅਤੇ ਇਸ ਵਿੱਚ ਵੱਧ ਤੋਂ ਵੱਧ ਇੱਕ ਤਰੁਵ ਹੋ ਸਕਦਾ ਹੈ। ਇੱਕ ਰੋ ਵਿੱਚ 2 ਤਰੁਵ ਨਹੀਂ ਹੋ ਸਕਦੇ ਹਨ, ਇਸ ਲਈ ਹੋਰ ਕਾਲਮ ਵਿੱਚ 2 ਤਰੁਵੀ ਨਹੀਂ ਹੋ ਸਕਦੇ ਹਨ। ਇਸ ਲਈ ਅਸੀਂ ਤਰੁਵੀਆਂ ਦੀ ਸੰਖਿਆ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਇਹ ਰੈਂਕ m ਤੋਂ ਵੱਡਾ ਨਹੀਂ ਹੋ ਸਕਦਾ ਹੈ। ਇਸ ਦਾ ਨਿਊਨਤਮ ਇਸ m ਅਤੇ n ਦੇ ਘੱਟੋ ਘੱਟ ਤੋਂ ਘੱਟ ਜਾਂ ਇਕੁਅਲ ਬਰਾਬਰ ਹੋਣਾ ਚਾਹੀਦਾ ਹੈ। ਇਹ ਨੰਬਰ ਸੋਲਿਊਸ਼ਨ ਲਿਖੋ। ਇਹਨਾਂ ਮੁਫਤ ਵੇਰੀਏਬਲਾਂ ਨੂੰ ਲੈ ਕੇ ਜੋ ਕਿ ਇੱਥੇ x2 ਹੈ ਅਤੇ ਇਹ x5 ਵੀ, ਇਸ ਲਈ ਇਹਨਾਂ ਮੁਫਤ ਵੇਰੀਏਬਲਾਂ ਨੂੰ ਲੈ ਕੇ ਅਸੀਂ ਇਸ ਨੂੰ ਲਿਖ ਸਕਦੇ ਹਾਂ ਇਹ x0 ਦੇ ਇਕੁਅਲ ਬਰਾਬਰ ਹੈ। ਇਸ ਦਾ ਸੋਲਿਊਸ਼ਨ ਇਹ x0 ਦੇ ਬਰਾਬਰ ਹੈ ਇਸ ਰੂਪ ਵਿੱਚ ਜੋ ਅਸੀਂ ਪਹਿਲਾਂ ਹੀ ਦੇਖਿਆ ਹੈ। ਕਿਉਂਕਿ ਹੁਣ ਅਸੀਂ ਜੋ ਕਰਨ ਜਾ ਰਹੇ ਹਾਂ ਅਸਲ ਵਿੱਚ ਅਸੀਂ ਰੈਂਕ ਦੀਆਂ ਹੋਰ ਪਰਿਭਾਸ਼ਾਵਾਂ ਦੀ ਭਾਲ ਕਰ ਰਹੇ ਹਾਂ ਕਿਉਂਕਿ ਇਹ ਇੱਕੋ ਇੱਕ ਪਰਿਭਾਸ਼ਾ ਨਹੀਂ ਹੈ ਜੋ ਅਸੀਂ ਤਰੁਵੀ ਦੀ ਸੰਖਿਆ ਦੇ ਰੂਪ ਵਿੱਚ ਦਿੱਤੀ ਹੈ। ਇਸੇ ਕਰਕੇ ਇਸ ਲਈ ਸਾਨੂੰ ਇੱਥੇ ਕੁਝ ਤਿਆਰੀਆਂ ਦੀ ਲੋੜ ਹੈ। ਇਸ ਲਈ ਜੇਕਰ ਅਸੀਂ ਨੋਟਿਸ ਕਰਦੇ ਹਾਂ ਹੁਣੇ ਕੇਸ 1, ਜੇਕਰ ਅਸੀਂ ਇਸ ਅਲਫਾ 1 ਨੂੰ ਇਕੁਅਲ ਬਰਾਬਰ ਲੈਂਦੇ ਹਾਂ 1 ਦੇ ਅਤੇ ਅਲਫਾ 2 ਇਕੁਅਲ ਬਰਾਬਰ ਲੈਂਦੇ 0, ਇਸ ਲਈ ਇਹ ਇੱਕ ਸੋਲਿਊਸ਼ਨ ਹੋਵੇਗਾ ਇਸ ਸਿਸਟਮ ਦਾ। ਇਹਨਾਂ ਅਲਫਾਜ਼ ਵਿੱਚੋਂ ਚੁਣ ਕੇ ਮੂਲ ਰੂਪ ਵਿੱਚ ਅਸੀਂ ਵੱਖ-ਵੱਖ ਸੋਲਿਊਸ਼ਨ ਲੱਭ ਰਹੇ ਹਾਂ, ਇਸ ਲਈ ਇਸ ਖਾਸ ਕੇਸ ਲਈ ਅਸੀਂ ਲੈ ਰਹੇ ਹਾਂ ਇਸ ਅਲਫਾ 1 ਨੂੰ 1 ਅਲਫਾ 2 ਨੂੰ 0 ਦੇ ਤੌਰ ਤੇ ਚੁਣਨ ਨਾਲ ਇਸੇ x ਦਾ ਸੋਲਿਊਸ਼ਨ ਇਕੁਅਲ ਬਰਾਬਰ 0 ਬਣ ਜਾਂਦਾ ਹੈ। -2 1 0 0 0 ਇਸ ਤਰ੍ਹਾਂ ਸਾਡੇ x ਦਾ ਸੋਲਿਊਸ਼ਨ ਇਸ ਸਿਸਟਮ ਦੇ 0 ਦੇ ਇਕੁਅਲ ਬਰਾਬਰ ਹੈ ਅਤੇ ਫਿਰ ਇਹ x ਇਕੁਅਲ ਬਰਾਬਰ 0। ਇਸ ਇਕੁਏਸ਼ਨ ਨੂੰ ਅਸੀਂ ਇਸ ਰੂਪ ਵਿੱਚ ਲਿਖ ਸਕਦੇ ਹਾਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਸ ਮੈਟ੍ਰਿਕਸ A ਦਾ ਪ੍ਰੋਡਕਟ ਇਸ x ਦੇ ਨਾਲ ਇੱਥੇ x1 x2 x3 x4 ਅਤੇ x5। ਇਸ ਲਈ ਇਹ ਪ੍ਰੋਡਕਟ A ਅਤੇ ਇਸ ਨਾਲ x ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਇਸ x1 ਦੇ ਰੂਪ ਵਿੱਚ ਅਤੇ ਫਿਰ ਪਹਿਲਾ ਕਾਲਮ ਪਲੱਸ ਅਤੇ ਇਹ x2 ਦੂਜਾ ਕਾਲਮ x3 ਦੂਜਾ ਤੀਜਾ ਕਾਲਮ x4 ਇਹ ਚੌਥਾ ਕਾਲਮ x5 ਅਤੇ ਇਹ ਪੰਜਵਾਂ ਕਾਲਮ 1 3 4 1 ਅਤੇ ਇਹ ਇਕੁਅਲ ਬਰਾਬਰ 0 ਦੇ ਹੈ। ਇਹ ਵੀ ਦੇਖਣ ਦਾ ਇੱਕ ਹੋਰ ਤਰੀਕਾ ਹੈ ਇਸ ਮੈਟ੍ਰਿਕਸ ਵੈਕਟਰ ਪ੍ਰੋਡਕਟ ਨੂੰ ਜਿਸ ਨੂੰ ਅਸੀਂ ਇਸ ਵੈਕਟਰ ਰੂਪਾਂ ਵਿੱਚ ਲਿਖ ਸਕਦੇ ਹਾਂ। ਇਸ ਲਈ ਹੁਣ ਇਹ ਹੋਣਾ
ਅਤੇ ਜੋ ਅਸੀਂ ਦੇਖਿਆ ਹੈ ਕਿ ਇਹ ਇੱਕ ਸੋਲਿਊਸ਼ਨ ਹੈ ਇਹਨਾਂ ਸਮੀਕਰਨਾਂ ਦੇ ਸਿਸਟਮ ਨੂੰ -2 4x1 ਅਤੇ ਇਹਨਾਂ 1 4 ਤਾਂ ਇਹ -2 ਹੈ ਅਤੇ ਇਹ x2 x1 ਹੈ ਅਤੇ ਇਹ ਅਸੀਂ ਸਿਫਰ ਲੈ ਸਕਦੇ ਹਾਂ। ਇਹ ਸਾਰੇ ਸਿਫਰ। ਤਾਂ ਅਸੀਂ ਇਸ ਨਾਲ ਹੁਣ ਕੀ ਦੇਖਿਆ ਹੈ? ਉਹ -2 ਟਾਈਮਸ C1 ਸਾਡੇ ਮੈਟ੍ਰਿਕਸ ਵਿੱਚੋਂ ਇੱਕ ਇਸ ਕਾਲਮ ਨੂੰ ਦਰਸਾਉਂਦਾ ਹੈ ਤਾਂ ਇਹ C1 ਘਟਾਓ 2 C1 ਪਲੱਸ C2 ਸਿਫਰ ਦੇ ਇਕੁਅਲ ਬਰਾਬਰ ਹੈ ਤਾਂ ਜੋ ਅਸੀਂ ਘੱਟੋ ਘੱਟ ਇਸ ਰਿਲੇਸ਼ਨ ਤੋਂ ਦੇਖਿਆ ਕਿ ਇਹ ਕਾਲਮ 1 ਅਤੇ ਕਾਲਮ 2 ਨਿਰਭਰ ਹਨ। ਅਸੀਂ ਇਸ ਕਾਲਮ 2 ਨੂੰ ਇੱਥੇ ਇੱਕ ਕਾਲਮ ਦੇ ਟਰਮਜ਼ ਵਿੱਚ ਲਿਖ ਸਕਦੇ ਹਾਂ। ਇਸ ਲਈ ਕਾਲਮ 2 ਕੁਝ ਨਹੀਂ ਹੈ ਪਰ 2 ਟਾਈਮਸ ਕਾਲਮ 1 ਹੈ। ਤਾਂ ਜੋ ਇਹ ਰਿਲੇਸ਼ਨ ਜਿਸ ਨੂੰ ਅਸੀਂ ਸਿੱਧੇ ਤੌਰ ਤੇ ਮੈਟ੍ਰਿਕਸ ਤੋਂ ਹੀ ਦੇਖ ਸਕਦੇ ਹਾਂ ਕਿਉਂਕਿ ਪਰ ਕਈ ਵਾਰ ਇਹ ਦੇਖਣਾ ਆਸਾਨ ਨਹੀਂ ਹੁੰਦਾ ਜਦੋਂ ਸਾਡੇ ਕੋਲ ਹੋਰ ਵੈਕਟਰ ਇਨਟੂ ਤਸਵੀਰ ਇੱਥੇ ਸਿਰਫ 2 ਵੈਕਟਰ ਸਨ ਇਸ ਲਈ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਇਹ ਇੱਕ ਰਿਲੇਸ਼ਨ ਹੈ ਜੋ ਅਸੀਂ ਦੇਖਿਆ ਹੈ ਕਿ ਇਹ C2 ਕਾਲਮ 2 ਕੁਝ ਨਹੀਂ ਹੈ ਪਰ 2 ਟਾਈਮਸ C1 ਇਹ 2 ਕਾਲਮ ਨਿਰਭਰ ਕਾਲਮ ਹਨ। ਇੱਕ ਹੋਰ ਨਿਰੀਖਣ ਜਲਦੀ ਸਾਡੇ ਕੋਲ ਹੋਵੇਗਾ। ਹੁਣ ਅਸੀਂ ਇੱਕ ਹੋਰ ਕੇਸ ਲਵਾਂਗੇ ਜਿੱਥੇ ਅਸੀਂ ਇਸ ਅਲਫਾ 2 ਨੂੰ 1 ਅਤੇ ਇਹ ਅਲਫਾ 1 2 ਸਿਫਰ ਚੁਣਾਂਗੇ। ਇਸ ਦਾ ਮਤਲਬ ਹੈ ਕਿ ਹੁਣ ਇਸੇ x ਦਾ ਸਾਡਾ ਸੋਲਿਊਸ਼ਨ ਸਿਫਰ ਦੇ ਇਕੁਅਲ ਬਰਾਬਰ ਹੈ ਇਸ ਵੈਕਟਰ ਨਾਲ ਇਸ -9.5 ਸਿਫਰ ਘਟਾਓ 4 ਘਟਾਓ 0.5 ਬਰਾਬਰ ਹੈ ਅਤੇ ਇਹ ਕਿ ਇਹ ਪਹਿਲਾਂ ਹੀ ਦਿੱਤਾ ਗਿਆ ਸੀ ਇਸ ਲਈ ਦੁਬਾਰਾ ਇਹ ਪਹਿਲਾ ਕਾਲਮ ਤੀਜਾ ਅਤੇ ਚੌਥਾ ਉਹ ਕਾਲਮ ਹਨ ਜਿਨ੍ਹਾਂ ਦੇ ਘਟੇ ਹੋਏ ਰੂਪ ਵਿੱਚ ਤਰੁਵੀ ਹਨ। ਇਸ ਲਈ ਇੱਥੇ ਇਹ x ਦੁਬਾਰਾ ਸਿਫਰ ਦੇ ਇਕੁਅਲ ਬਰਾਬਰ ਹੈ ਇਸ ਨਿਰੀਖਣ ਨਾਲ ਅਸੀਂ ਹੁਣ ਸੋਲਿਊਸ਼ਨ ਨੂੰ ਠੀਕ ਕਰਾਂਗੇ ਤਾਂ ਹੱਲ ਕਹਿੰਦਾ ਹੈ ਕਿ ਇਹ ਘਟਾਓ ਇਸ ਦਾ 9.5 ਅਤੇ ਫਿਰ ਇੱਥੇ ਸਿਫਰ ਅਤੇ ਇਹ x3 ਘਟਾਓ 4 ਅਤੇ ਫਿਰ x4 ਮਾਈਨਸ 0.5 ਅਤੇ ਫਿਰ ਇਹ x5 1 ਹੈ ਤਾਂ ਇਸ ਰਿਲੇਸ਼ਨ ਦੇ ਨਾਲ ਹੁਣ ਅਸੀਂ ਕੀ ਦੇਖਦੇ ਹਾਂ ਕਿ ਇਹ -9.5 ਹੈ। ਕਾਲਮ 1 -4 ਟਾਈਮਸ ਇਸ ਕਾਲਮ 3 ਅਤੇ -0.5 ਕਾਲਮ 4 ਅਤੇ ਪਲੱਸ ਇਹ ਕਾਲਮ 5 ਇਸ ਸਿਫਰ ਵੈਕਟਰ ਦੇ ਇਕੁਅਲ ਬਰਾਬਰ ਹੋਣਾ ਚਾਹੀਦਾ ਹੈ ਜਿਸ ਵਿੱਚ ਇਹ ਸਾਰਾ ਕੰਪੋਨੈਂਟ ਸਿਫਰ ਹੈ ਜਾਂ ਸਾਨੂੰ ਮੂਲ ਰੂਪ ਵਿੱਚ ਇਹ ਰਿਲੇਸ਼ਨ ਮਿਲਦਾ ਹੈ ਕਿ C5 ਕੁਝ ਨਹੀਂ ਸਗੋਂ 9.5 C1 ਜੋੜ 4 C2 ਪਲੱਸ ਹੈ 0.5 C4 ਤਾਂ ਕਿ ਅਸੀਂ ਦੁਬਾਰਾ ਦੇਖਦੇ ਹਾਂ ਕਿ ਇੱਥੇ C5 ਕਾਲਮ 5 ਇਸ ਕਾਲਮ C1 C3 ਅਤੇ C4 ਤੇ ਨਿਰਭਰ ਕਰਦਾ ਹੈ ਜਾਂ ਇਸ ਲਈ ਪਿਛਲੇ ਕੇਸ ਤੋਂ ਇਹ ਕਾਲਮ ਨੰਬਰ 2 ਜੋ ਅਸੀਂ ਇਸ ਤੇ ਦੇਖਿਆ ਹੈ ਕਾਲਮ 1 ਦੇ 2 ਟਾਈਮਸ ਤੋਂ ਇਲਾਵਾ ਕੁਝ ਨਹੀਂ ਹੈ। ਇਸ ਲਈ ਇਹ ਕਾਲਮ 2 ਨਿਰਭਰ ਹੈ ਜਾਂ ਇਸ ਲਈ ਅਸੀਂ ਦੇਖਿਆ ਹੈ ਕਿ ਕਾਲਮ 5 ਨਿਰਭਰ ਹੈ ਅਤੇ ਉਹ ਇਹਨਾਂ ਕਾਲਮਾਂ ਤੇ ਨਿਰਭਰ ਕਰਦਾ ਹੈ ਜਿਨ੍ਹਾਂ ਦੇ ਤਰੁਵੀ ਹਨ। ਇੱਕ ਹੋਰ ਨਿਰੀਖਣ ਜੋ ਅਸੀਂ ਉਸ ਘਟੇ ਹੋਏ ਐਸ਼ਲੋਨ ਫੋਰਮ ਤੋਂ ਪਤਾ ਲਗਾ ਸਕਦੇ ਹਾਂ ਕਿ ਇਹ ਵੈਕਟਰ ਲਾਲ ਨਾਲ ਇੱਥੇ ਕਾਲਮ ਨੰਬਰ 1 ਕਾਲਮ ਨੰਬਰ 3 ਅਤੇ ਕਾਲਮ ਨੰਬਰ 4 ਹੈ ਤਾਂ ਜੋ ਇੱਥੇ ਇਹ ਵੈਕਟਰ ਉਸ ਘਟੇ ਹੋਏ ਰੂਪ ਤੋਂ ਸਿੱਧ ਕਰ ਸਕਣ ਕਿ ਇਹ ਲੀਨੀਅਰਲੀ ਇੰਡੀਪੈਂਡੈਂਟ ਹਨ ਕਿ ਘਟੇ ਹੋਏ ਰੂਪ ਤੋਂ ਕੋਈ ਇੱਕ ਇਸ ਬਾਰੇ ਗੱਲ ਕਰ ਸਕਦਾ ਹੈ ਅਤੇ ਅਸੀਂ ਦੇਖਿਆ ਹੈ ਕਿ ਇੱਥੇ ਇਹ ਕਾਲਮ ਉਹਨਾਂ ਮੁਫਤ ਵੇਰੀਏਬਲਾਂ ਦੇ ਅਨੁਸਾਰੀ ਹਨ ਉਹ ਲੀਨੀਅਰਲੀ ਤੇ ਨਿਰਭਰ ਹਨ ਅਤੇ ਇਹ ਜਨਰਲ ਨਤੀਜਾ ਹੈ ਨਾ ਕਿ ਸਿਰਫ ਇਸ ਵਿਸ਼ੇਸ਼ ਉਦਾਹਰਣ ਲਈ ਕਿ ਜਿਨ੍ਹਾਂ ਕਾਲਮਾਂ ਵਿੱਚ ਤਰੁਵੀ ਇਸ ਦੇ ਘਟੇ ਹੋਏ ਰੂਪ ਵਿੱਚ ਹੁੰਦੇ ਹਨ ਉਹ ਹਮੇਸ਼ਾ ਲੀਨੀਅਰਲੀ ਤੇ ਇੰਡੀਪੈਂਡੈਂਟ ਹੁੰਦੇ ਹਨ ਅਤੇ ਦੂਜੇ ਕਾਲਮ ਜਿਨ੍ਹਾਂ ਵਿੱਚ ਇਹ ਮੁਫਤ ਵੇਰੀਏਬਲ ਹੁੰਦੇ ਹਨ ਜਾਂ ਜਿੱਥੇ ਉਹਨਾਂ ਵਿੱਚ ਤਰੁਵੀ ਨਹੀਂ ਹੁੰਦੀ ਹੈ ਉਹ ਅਸਲ ਵਿੱਚ ਰੇਖਿਕ ਤੌਰ ਤੇ ਨਿਰਭਰ ਹੁੰਦੇ ਹਨ। ਇਸ ਲਈ ਹੁਣ ਅਸੀਂ ਆਪਣੀ ਪਰਿਭਾਸ਼ਾ ਨੂੰ ਦੁਬਾਰਾ ਲਿਖ ਸਕਦੇ ਹਾਂ ਜੋ ਇਸ ਰੈਂਕ ਲਈ ਕਹਿੰਦੀ ਹੈ ਕਿ ਇਹ ਕੁਝ ਵੀ ਨਹੀਂ ਹੈ ਪਰ ਪਿਵਟਸ ਦੀ ਗਿਣਤੀ ਹੈ ਪਰ ਹੁਣ ਅਸੀਂ ਹੇਠਾਂ ਲਿਖ ਸਕਦੇ ਹਾਂ ਇੰਡੀਪੈਂਡੈਂਟ ਕਾਲਮਾਂ ਦੀ ਸੰਖਿਆ ਦੇ ਰੂਪ ਵਿੱਚ ਰੈਂਕ ਕੁਝ ਵੀ ਨਹੀਂ ਹੈ ਪਰ ਇਸ ਵਿੱਚ ਸੁਤੰਤਰ ਕਾਲਮਾਂ ਦੀ ਗਿਣਤੀ ਹੈ ਕਿਉਂਕਿ ਇਹ ਕਾਲਮ ਨਿਰਭਰ ਹੈ ਇਹ ਕਾਲਮ ਵੀ ਨਿਰਭਰ ਹੈ ਇਸ ਲਈ 3 ਹਨ ਇੰਡੀਪੈਂਡੈਂਟ ਕਾਲਮ ਅਤੇ ਉਹ ਮੂਲ ਰੂਪ ਵਿੱਚ ਇਸ ਤਰੁਵੀ ਕਾਲਮ ਨਾਲ ਮੇਲ ਖਾਂਦੇ ਹਨ। ਇਸ ਲਈ ਹੁਣ ਰੈਂਕ ਲਈ ਸਾਡੀ ਪਰਿਭਾਸ਼ਾ ਇੱਕ ਮੈਟ੍ਰਿਕਸ ਵਿੱਚ ਸੁਤੰਤਰ ਕਾਲਮਾਂ ਦੀ ਗਿਣਤੀ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਦੁਬਾਰਾ ਉਹੀ ਨਿਰੀਖਣ ਜੋ ਅਸੀਂ ਇੱਥੇ ਕਾਲਮਾਂ ਦੇ ਨਾਲ ਕੀਤਾ ਹੈ ਅਸੀਂ ਕਤਾਰਾਂ ਦੇ ਨਾਲ ਵੀ ਕਰ ਸਕਦੇ ਹਾਂ ਤਾਂ ਜੋ ਉਹ ਕਤਾਰਾਂ ਜਿੱਥੇ ਸਾਨੂੰ ਇਹ ਤਰੁਵੀ
ਮਿਲੇ ਹਨ ਉੱਥੇ ਉਹੀ ਕਤਾਰਾਂ ਹਨ ਜੋ ਇਸ ਮੈਟ੍ਰਿਕਸ ਵਿੱਚ ਇੰਡੀਪੈਂਡੈਂਟ ਹਨ। ਇਸ ਲਈ ਅਸੀਂ ਇਹ ਪਰਿਭਾਸ਼ਾ ਵੀ ਰੱਖ ਸਕਦੇ ਹਾਂ ਕਿ ਰੈਂਕ ਇੰਡੀਪੈਂਡੈਂਟ ਕਤਾਰਾਂ ਦੀ ਗਿਣਤੀ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਉਹ ਕਾਲਮ ਦੇ ਸਮਾਨ ਹਨ ਕਿਉਂਕਿ ਤਰੁਵੀਆਂ ਦੀ ਸੰਖਿਆ ਮੂਲ ਰੂਪ ਵਿੱਚ ਇਸਦੇ ਘਟੇ ਹੋਏ ਰੂਪ ਵਿੱਚ ਨਿਸ਼ਚਿਤ ਹੁੰਦੀ ਹੈ। ਇਸ ਲਈ ਸਾਡੇ ਕੋਲ ਜੋ ਹੈ, ਅਸੀਂ ਹੁਣ ਇੱਕ ਹੋਰ ਪਰਿਭਾਸ਼ਾ ਦੇ ਸਕਦੇ ਹਾਂ। ਇਹ ਮੈਟ੍ਰਿਕਸ ਦੀ ਰੈਂਕ ਇੱਕ ਮੈਟ੍ਰਿਕਸ ਵਿੱਚ ਰੇਖਿਕ ਤੌਰ ਤੇ ਸੁਤੰਤਰ ਕਤਾਰਾਂ ਦੀ ਸੰਖਿਆ ਜਾਂ ਲੀਨੀਅਰਲੀ ਇੰਡੀਪੈਂਡੈਂਟ ਕਾਲਮਾਨ ਦੀ ਸੰਖਿਆ ਹੈ, ਜੋ ਕਿ ਰੈਂਕ ਹੈ। ਇੱਕ ਹੋਰ ਪਰਿਭਾਸ਼ਾ ਅਸੀਂ 1 ਮਿੰਟ ਵਿੱਚ ਦੇਣ ਜਾ ਰਹੇ ਹਾਂ ਜਿਸ ਤੋਂ ਪਹਿਲਾਂ ਅਸੀਂ ਇਹਨਾਂ ਦੋ ਸਪੇਸ ਨੂੰ ਪਰਿਭਾਸ਼ਿਤ ਕਰਦੇ ਹਾਂ। ਕਾਲਮ ਸਪੇਸ ਕੁਝ ਵੀ ਨਹੀਂ ਹੈ ਪਰ A ਦੇ ਦਿੱਤੇ ਗਏ ਮੈਟ੍ਰਿਕਸ ਲਈ A ਦੇ ਕਾਲਮ ਵੈਕਟਰ ਦੀ ਸਪੈਨ ਹੈ। ਅਸੀਂ ਇਸ ਦੇ ਕਾਲਮ ਨੂੰ ਵੈਕਟਰਾਂ ਦੇ ਰੂਪ ਵਿੱਚ ਲੈਂਦੇ ਹਾਂ ਅਤੇ ਫਿਰ ਉਹਨਾਂ ਨੂੰ ਸਪੈਨ ਕਰਦੇ ਹਾਂ ਤਾਂ ਜੋ ਅਸੀਂ ਕਾਲਮ ਸਪੇਸ ਕਹਿੰਦੇ ਹਾਂ ਕਿਉਂਕਿ ਕਿਸੇ ਵੀ ਵੈਕਟਰ ਦੀ ਕੋਈ ਵੀ ਸਪੇਸ ਇੱਕ ਵੈਕਟਰ ਸਪੇਸ ਹੁੰਦੀ ਹੈ ਜੋ ਅਸੀਂ ਪਹਿਲਾਂ ਹੀ ਪਿਛਲੇ ਲੈਕਚਰ ਵਿੱਚ ਵੇਖ ਚੁੱਕੇ ਹਾਂ। ਇਸ ਲਈ ਇੱਥੇ ਵੀ ਇਹਨਾਂ ਵੈਕਟਰਾਂ ਦਾ ਸਪੈਨ ਜਾਂ ਕਾਲਮ ਇਸ A ਦੇ ਕਾਲਮ ਵੈਕਟਰ ਇੱਕ ਵੈਕਟਰ ਸਪੇਸ ਵੀ ਬਣੇਗੀ ਜਿਸ ਨੂੰ ਅਸੀਂ ਕਾਲਮ ਸਪੇਸ ਕਹਿੰਦੇ ਹਾਂ। ਇਸ ਲਈ ਕਾਲਮ ਸਪੇਸ ਇੱਕ ਵੈਕਟਰ ਸਪੇਸ ਹੈ ਜੋ ਕਿ A ਦੇ ਕਾਲਮਾਨ ਦੀ ਸਪੇਸ ਤੋਂ ਇਲਾਵਾ ਕੁਝ ਨਹੀਂ ਹੈ। ਇਸੇ ਤਰ੍ਹਾਂ ਸਾਡੇ ਕੋਲ ਰੋ ਸਪੇਸ A ਦੇ ਰੋ ਵੈਕਟਰਾਂ ਦੀ ਸਪੈਨ ਤੋਂ ਇਲਾਵਾ ਕੁਝ ਨਹੀਂ ਹੈ। ਕਾਲਮ ਸਪੇਸ ਦੇ ਸਿਮਿਲਰ ਜੇਕਰ ਅਸੀਂ ਉੱਥੇ ਕਤਾਰਾਂ ਨੂੰ ਲੈਂਦੇ ਹਾਂ ਅਤੇ ਇਹ ਉਹਨਾਂ ਨੂੰ ਫੈਲਾਉਂਦੇ ਹਨ ਤਾਂ ਇਸ ਸਪੇਸ ਨੂੰ ਅਸੀਂ ਰੋ ਸਪੇਸ ਕਹਿੰਦੇ ਹਾਂ। ਅਤੇ ਇੱਕ ਹੋਰ ਪਰਿਭਾਸ਼ਾ ਜੋ ਸਾਡੇ ਕੋਲ ਹੁਣ ਇੱਕ ਮੈਟ੍ਰਿਕਸ ਦੇ ਰੈਂਕ ਲਈ ਹੈ, ਰੋ ਸਪੇਸ ਦਾ ਡਾਇਮੈਂਸ਼ਨ ਹੈ। ਕਿਉਂਕਿ ਜਦੋਂ ਅਸੀਂ ਉਦਾਹਰਨ ਲਈ ਕਤਾਰਾਂ ਬਾਰੇ ਗੱਲ ਕਰ ਰਹੇ ਹਾਂ, ਇਸ ਰੋ ਸਪੇਸ ਦਾ ਆਯਾਮ ਕੀ ਹੋਵੇਗਾ? ਡਾਇਮੈਂਸ਼ਨ ਲੀਨੀਅਰਲੀ ਤੇ ਇੰਡੀਪੈਂਡੈਂਟ ਕਤਾਰਾਂ ਦੀ ਸੰਖਿਆ ਹੋਵੇਗੀ। ਉਸ ਸਪੇਨ ਵਿੱਚ ਇੱਥੇ ਉਸ ਸੈੱਟ ਵਿੱਚ ਇਸ ਲਈ ਲੀਨੀਅਰਲੀ ਤੇ ਇੰਡੀਪੈਂਡੈਂਟ ਕਤਾਰਾਂ ਦੀ ਸੰਖਿਆ ਜੋ ਅਸਲ ਵਿੱਚ ਰੈਂਕ ਦੇ ਨਾਲ ਦੁਬਾਰਾ ਦੀ ਪਰਿਭਾਸ਼ਾ ਹੈ। ਇਸ ਲਈ ਇੱਥੇ ਰੋ ਸਪੇਸ ਦਾ ਡਾਇਮੈਂਸ਼ਨ ਕੁਝ ਨਹੀਂ ਹੈ ਪਰ ਮੈਟ੍ਰਿਕਸ ਜਾਂ ਕਾਲਮ ਸਪੇਸ ਦੇ ਆਯਾਮ ਵਿੱਚ ਲੀਨੀਅਰਲੀ ਤੇ ਇੰਡੀਪੈਂਡੈਂਟ ਕਤਾਰਾਂ ਦੀ ਸੰਖਿਆ ਤਾਂ ਜੋ ਕਾਲਮ ਸਪੇਸ ਦਾ ਡਾਇਮੈਂਸ਼ਨ ਕੁਝ ਵੀ ਨਹੀਂ ਹੈ ਪਰ ਇਹ ਮੈਟ੍ਰਿਕਸ A ਵਿੱਚ ਲੀਨੀਅਰਲੀ ਤੇ ਇੰਡੀਪੈਂਡੈਂਟ ਕਾਲਮਾਨ ਦੀ ਇੱਕ ਸੰਖਿਆ ਹੈ। ਇਸ ਲਈ ਸਾਡੇ ਕੋਲ ਪਹਿਲਾਂ ਹੀ ਇਹ 3 ਪਰਿਭਾਸ਼ਾਵਾਂ ਹਨ। ਹੁਣ ਤੱਕ ਰੈਂਕ ਕੁਝ ਵੀ ਨਹੀਂ ਹੈ ਪਰ ਇਸ ਦੀ ਘਟੀ ਹੋਈ ਰੋ ਵਿੱਚ ਤਰੁਵੀਆਂ ਦੀ ਸੰਖਿਆ ਘਟੀ ਹੋਈ ਐਸ਼ਲੋਨ ਫੋਰਮ ਹੈ। ਪਰਿਭਾਸ਼ਾ ਨੰਬਰ 2 ਇੱਕ ਮੈਟ੍ਰਿਕਸ ਦੀ ਰੈਂਕ ਕੁਝ ਵੀ ਨਹੀਂ ਹੈ ਪਰ ਮੈਟ੍ਰਿਕਸ ਦੀਆਂ ਰੇਖਿਕ ਤੌਰ ਤੇ ਇੰਡੀਪੈਂਡੈਂਟ ਕਤਾਰਾਂ ਜਾਂ ਮੈਟ੍ਰਿਕਸ ਦੀਆਂ ਲੀਨੀਅਰਲੀ ਤੇ ਇੰਡੀਪੈਂਡੈਂਟ ਕਾਲਮਾਨ ਦੀ ਸੰਖਿਆ ਹੈ। ਅਤੇ ਆਯਾਮ ਦੇ ਟਰਮਜ਼ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਰੈਂਕ ਕੁਝ ਵੀ ਨਹੀਂ ਹੈ ਪਰ ਰੋ ਸਪੇਸ ਦੇ ਡਾਇਮੈਂਸ਼ਨ ਹੈ ਜਾਂ A ਦੇ ਕਾਲਮ ਸਪੇਸ ਦਾ ਡਾਇਮੈਂਸ਼ਨ ਇੱਕ ਰੈਂਕ ਨਲਿਟੀ ਥਿਓਰਮ ਹੈ ਜੋ ਅਸੀਂ ਸਿਰਫ ਉਦਾਹਰਨ ਦੀ ਮਦਦ ਨਾਲ ਨਿਰੀਖਣ ਕਰਾਂਗੇ ਤਾਂ ਫਿਰ ਅਸੀਂ ਉਸੇ ਉਦਾਹਰਨ ਨਾਲ ਕੰਟੀਨਿਊ ਰੱਖਾਂਗੇ ਤਾਂ ਜੋ ਸਾਡੇ ਕੋਲ A ਹੈ ਅਤੇ ਇਸ ਦਾ ਘਟਿਆ ਹੋਇਆ ਰੂਪ ਸਾਡੇ ਕੋਲ ਇਹ ਤਰੁਵੀ ਤੱਤ ਹਨ। ਸਾਡੇ ਕੋਲ ਹੱਲ AX ਹੈ ਵਿੱਚ ਲਿਖਿਆ ਗਿਆ ਸੀ x1 x2 x3 x4 ਬਰਾਬਰ ਐਲਫਾ ਇੱਕ ਵਾਰ ਪਲੱਸ A ਇੱਕ ਜਨਰੇਟ ਅਤੇ ਅਲਫਾ 2 ਟਾਈਮਸ ਦੂਜਾ ਜਨਰੇਟਰ ਜੋ ਸੋਲਿਊਸ਼ਨ ਤਿਆਰ ਕਰਦਾ ਹੈ। ਇਸ ਲਈ ਇੱਥੇ A ਦਾ ਰੈਂਕ 3 ਹੈ ਕਿਉਂਕਿ ਇਹ ਇੱਕ ਸੰਖਿਆ ਹੈ। ਲੀਨੀਅਰਲੀ ਤੇ ਇੰਡੀਪੈਂਡੈਂਟ ਕਤਾਰਾਂ ਜਾਂ ਰੇਖਿਕ ਤੌਰ ਤੇ ਸੁਤੰਤਰ ਕਾਲਮਾਨ ਦੀ ਸੰਖਿਆ ਜਾਂ ਤਰੁਵੀਆਂ ਦੀ ਸੰਖਿਆ ਸਾਡੇ ਕੋਲ A ਰੈਂਕ 3 ਹੈ। ਨਲਿਟੀ ਦੀ ਨਲਿਟੀ ਕੀ ਹੈ? ਯਾਦ ਰੱਖੋ ਨਲਿਟੀ ਨਲ ਸਪੇਸ ਦਾ ਡਾਇਮੈਂਸ਼ਨ ਸੀ ਅਤੇ ਇੱਥੇ ਨਲ ਸਪੇਸ ਇਸ AX ਦਾ ਸੋਲਿਊਸ਼ਨ ਸੈੱਟ 0 ਦੇ ਬਰਾਬਰ ਹੈ। ਇਸ ਲਈ AX ਦਾ ਇਹ ਸੋਲਿਊਸ਼ਨ ਸੈੱਟ ਸਾਡੇ ਕੋਲ 0 ਦੇ ਬਰਾਬਰ ਹੈ। ਡਾਇਮੈਂਸ਼ਨ 2 ਕਿਉਂਕਿ ਇਹ ਦੋ ਵੈਕਟਰ ਹਨ ਜੋ ਇਸ ਦਾ ਕੋਈ ਸੋਲਿਊਸ਼ਨ ਜਨਰੇਟ ਕਰ ਸਕਦੇ ਹਨ। ਇਹ ਸੈੱਟ ਅਤੇ ਇਹ ਦੋ ਵੈਕਟਰ ਲੀਨੀਅਰਲੀ ਤੇ ਇੰਡੀਪੈਂਡੈਂਟ ਹਨ। ਇਸ ਲਈ ਇੱਥੇ A ਦੀ ਨਲਿਟੀ 2 ਹੈ ਕਿਉਂਕਿ ਇਹ ਇਸ ਮੁਫਤ ਵੇਰੀਏਬਲ ਦੀ ਸਹੀ ਸੰਖਿਆ ਹੈ। ਰੋ ਘਟੀ ਹੋਈ ਐਸ਼ਲੋਨ ਫੋਰਮ ਇਨ ਜਨਰਲ ਜਾਂ ਪਹਿਲਾਂ ਇਸ ਉਦਾਹਰਨ ਬਾਰੇ ਇੱਕ ਵਾਰ ਫਿਰ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ ਰੈਂਕ 3 ਹੈ ਅਤੇ ਇਹ ਨਲਿਟੀ 2 ਹੈ। ਜਦੋਂ ਅਸੀਂ ਇਹਨਾਂ ਦੋ ਨੂੰ ਪਲੱਸ ਹਾਂ ਤਾਂ 3 ਜੋੜ 2 ਸਾਨੂੰ ਦਾ ਨੰਬਰ ਮਿਲੇਗਾ। ਇਹ ਵੇਰੀਏਬਲ ਇੱਥੇ AX ਵਿੱਚ ਅਣਜਾਣ ਦੀ ਸੰਖਿਆ 0 ਦੇ ਬਰਾਬਰ ਹੈ। ਕਾਰਨ ਸਪਸ਼ਟ ਹੈ ਕਿਉਂਕਿ ਰੈਂਕ ਇੱਥੇ ਤਰੁਵੀਆਂ ਦੀ ਸੰਖਿਆ ਨੂੰ ਬਿਲਕੁਲ ਪਰਿਭਾਸ਼ਿਤ ਕਰਦਾ ਹੈ।
ਅਤੇ ਇਹ ਨਲਿਟੀ ਇਸ ਜਾਣੇ ਪਛਾਣੇ ਪਿਵਟਸ ਦੀ ਸੰਖਿਆ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਅਸੀਂ ਇੱਥੇ ਹਰੇਕ ਕਾਲਮ ਨੂੰ ਕਵਰ ਕਰ ਰਹੇ ਹਾਂ। ਇੱਥੇ ਸਾਡੇ ਕੋਲ ਧਰੁਵੀ ਹੈ। ਇਸ ਲਈ ਇਹ ਇੱਥੇ ਰੈਂਕ ਵਿੱਚ ਗਿਣਿਆ ਜਾਵੇਗਾ। ਇਸ ਲਈ ਇੱਥੇ 1, 1 ਵਿੱਚ 1, 1 ਇਸ ਪਲੱਸ 1 ਵਿੱਚ, ਇਸ ਲਈ ਸਾਡੇ ਕੋਲ 3 ਦਰਜੇ ਹਨ। ਕਿਉਂਕਿ ਇਹਨਾਂ 3 ਕਾਲਮਾਂ ਵਿੱਚ ਧਰੁਵੀ ਹਨ ਅਤੇ ਇਹਨਾਂ 2 ਕਾਲਮਾਂ ਵਿੱਚ ਨਹੀਂ ਹਨ। ਧਰੁਵੀ ਤਾਂ ਕਿ ਉਹ ਫਰੀ ਵੇਰੀਏਬਲ ਹੋਣਗੇ ਅਤੇ ਇਹ ਇਹਦੀ ਨਟੀਲੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਇਹ ਇੱਥੇ ਅੰਤ ਵਿੱਚ ਜੋੜੋ ਦੇਵੇਗਾ ਜੋ ਕਾਲਮਾਂ ਦੀ ਸੰਖਿਆ ਹਨ ਜਾਂ ਇਹ x ਵਿੱਚ ਅਣਜਾਣ ਦੀ ਸੰਖਿਆ b ਦੇ ਬਰਾਬਰ ਹੈ। ਇਸ ਲਈ ਇਹ 3 + 2 ਉਸ 5 ਵਿੱਚ ਜੋੜੋ ਦੇਵੇਗਾ। ਇਸ ਕੇਸ ਵਿੱਚ ਸਾਡੇ ਕੋਲ ਜਨਰਲ ਤੇ 5 ਕਾਲਮ ਹਨ। ਅਸੀਂ ਇਸ ਨੂੰ ਕਿਵੇਂ ਪੜ੍ਹਦੇ ਹਾਂ? ਇਹਦੀ ਇਹ ਕੁਝ ਵੀ ਨਹੀਂ ਹੈ ਪਰ ਨਲ ਸਪੇਸ ਦਾ ਡਾਇਮੈਂਸ਼ਨ ਜੋ ਕਿ ਇਸ ਪਿਛਲੇ ਕੇਸ ਵਿੱਚ 2 ਸੀ। ਭਾਵ ਫਰੀ ਵੇਰੀਏਬਲ ਦੀ ਸੰਖਿਆ ਜਾਂ ਸਾਡੇ ਨੋਟੇਸ਼ਨ ਵਿੱਚ ਅਸੀਂ ਫਰੀ ਵੇਰੀਏਬਲਾਂ ਦੀ ਇਸ ਸੰਖਿਆ ਨੂੰ n-r ਦੇ ਰੂਪ ਵਿੱਚ ਵੀ ਲੈਂਦੇ ਹਾਂ, ਕਿਉਂਕਿ ਸਾਡੇ ਕੋਲ n ਕਾਲਮ ਹਨ ਅਤੇ r ਉਹ ਕਤਾਰਾਂ ਹਨ ਜਿੱਥੇ ਸਾਡੇ ਕੋਲ ਧਰੁਵੀ ਹਨ। ਇਸ ਲਈ ਇਹ n-r ਜਾਂ ਇਹ r ਮੂਲ ਰੂਪ ਵਿੱਚ ਮੈਟ੍ਰਿਕਸ ਦਾ ਰੈਂਕ ਹੈ ਕਿਉਂਕਿ ਇਹ ਉਹ ਕਤਾਰਾਂ ਹਨ ਜਿੱਥੇ ਧਰੁਵੀ ਬੈਠੀ ਹੈ। ਇਸ ਲਈ ਇਹ ਦਾ ਦਰਜਾ r ਹੈ ਜੋ ਕਿ ਧਰੁਵੀ ਤੱਤਾਂ ਦੀ ਸੰਖਿਆ ਹੈ। ਇਸ ਲਈ ਇੱਥੇ ਰੈਂਕ r ਹੈ ਅਤੇ ਇਹ ਨਲਿਟੀ n-r ਹੈ। ਇਸ ਲਈ ਇਹ ਰੈਂਕ ਨਲਿਟੀ ਥਿਓਰਮ ਕੁਝ ਵੀ ਨਹੀਂ ਹੈ ਪਰ ਇਹ ਦੱਸਦਾ ਹੈ ਕਿ ਇਹ ਮੈਟ੍ਰਿਕਸ ਦੀ ਰੈਂਕ ਪਲੱਸ ਮੈਟਰੀ ਦੀ ਨਲਿਟੀ। ਇਸ ਲਈ r ਪਲੱਸ ਇਸ n-r ਨੂੰ ਮੈਟ੍ਰਿਕਸ ਵਿੱਚ ਕਾਲਮਾਂ ਦੀ ਸੰਖਿਆ ਵਿੱਚ ਜੋੜੋ ਚਾਹੀਦਾ ਹੈ। ਇਸ ਲਈ ਇਸ ਨੂੰ ਰੈਂਕ ਨਲਿਟੀ ਥਿਓਰਮ ਰੈਂਕ ਕਿਹਾ ਜਾਂਦਾ ਹੈ। a ਦਾ ਪਲੱਸ ਨਲਿਟੀ n ਬਰਾਬਰ ਹੈ। ਹੁਣ ਇੱਥੇ ਅਸੀਂ ਮੈਟ੍ਰਿਕਸ ਦਾ ਦਰਜਾ ਲੱਭਾਂਗੇ ਤਾਂ ਇਸ ਮੈਟ੍ਰਿਕਸ ਦਾ ਰੈਂਕ ਇੱਥੇ 3 0 2 2 ਅਤੇ ਫਿਰ ਇਸ ਲਈ ਸਾਨੂੰ ਉਸ ਰੈਂਕ ਨੂੰ ਲੱਭਣ ਲਈ ਕੀ ਕਰਨ ਦੀ ਲੋੜ ਹੈ, ਜਿਸ ਨੂੰ ਸਾਨੂੰ ਰੋ ਘਟਾਏ ਗਏ ਐਸ਼ਲੋਨ ਫਾਰਮਾਂ ਵਿੱਚ ਕਨਵਰਟ ਕਰਨਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇੱਥੇ ਇਸ 2 0 ਨੂੰ ਇਸ 2 ਟਾਈਮਸ ਰੋ 1 ਨਾਲ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਨੂੰ ਅਸੀਂ ਜੋੜੋ ਅਤੇ ਇਹ ਸਾਨੂੰ ਇੱਥੇ 0 ਦੇਵੇਗਾ। ਇਹ 42 ਇਸੇ ਤਰ੍ਹਾਂ ਰਹੇਗਾ ਅਤੇ ਇੱਥੇ ਉਹ 24 ਅਤੇ ਮਾਈਨਸ ਇਹ 2। ਇਸ ਲਈ ਇਹ 28 ਹੋਵੇਗੀ ਅਤੇ ਫਿਰ ਸਾਡੇ ਕੋਲ 58 ਹਨ। ਉੱਥੇ ਅਸੀਂ ਅਸਲ ਵਿੱਚ ਇਸ ਦੇ 2 ਟਾਈਮਸ ਜੋੜ ਰਹੇ ਹਾਂ। ਰੋ 1 ਨੂੰ ਅਸੀਂ ਇਸ ਵਿੱਚ ਜੋੜ ਰਹੇ ਹਾਂ ਤਾਂ ਇਹ 24 ਸੀ ਅਤੇ ਫਿਰ ਇਸ ਵਿੱਚ 28 ਹੈ। ਇੱਥੇ ਵੀ 54 + 2 + 4 ਇਹ 58 ਅਤੇ ਇਸੇ ਤਰ੍ਹਾਂ ਇੱਥੇ ਅਸੀਂ 7 ਨਾਲ ਗੁਣਾ ਕਰਾਂਗੇ ਅਤੇ ਫਿਰ ਘਟਾਵਾਂਗੇ ਤਾਂ ਸਾਨੂੰ ਇਹ ਮਿਲੇਗਾ। ਰੋ ਤਾਂ ਇਹ ਪਹਿਲਾ ਇਹ ਪ੍ਰਤੀਕਿਰਿਆ ਦਾ ਰੋਟੇਸ਼ਨ ਹੈ ਕਿ ਅਸੀਂ ਇਹਨਾਂ ਤੱਤਾਂ ਨੂੰ ਇੱਥੇ 3 2 0 ਦੇ ਹੇਠਾਂ ਸੈੱਟ ਕੀਤਾ ਹੈ। ਹੁਣ ਅਸੀਂ ਇਸ ਤੱਤ ਨੂੰ ਲੈ ਕੇ ਇਸ ਰੋ 2 ਦੀ ਮਦਦ ਨਾਲ ਹੁਣ ਇਸ ਨੂੰ ਇੱਥੇ -20 ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਗਲਾ ਸਟੈਪ ਹੈ। ਇਸ ਲਈ ਪਹਿਲੀ ਕਤਾਰ ਅਤੇ ਦੂਜਾ ਕਤਾਰ ਪਹਿਲਾਂ ਵਾਂਗ ਹੀ ਰਹੇਗੀ ਅਤੇ ਹੁਣ ਅਸੀਂ ਇਸ 2 0 ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਮਤਲਬ ਹੈ ਕਿ ਇਸ ਦਾ ਅੱਧਾ ਹਿੱਸਾ ਅਸੀਂ ਇੱਥੇ ਇਸ ਰੋ ਵਿੱਚ ਜੋੜੇ ਰਹੇ ਹਾਂ ਤਾਂ ਇਹ 0 ਬਣ ਗਿਆ, ਇਹ ਵੀ 0 ਬਣ ਗਿਆ ਅਤੇ ਇਹ ਵੀ ਬਣ ਗਿਆ 0। ਇਸ ਲਈ ਇਹ ਕਤਾਰ ਘਟੀ ਹੋਈ ਐਸ਼ਲੋਨ ਫਾਰਮ ਹੈ ਅਤੇ ਇਸ ਰੋ ਵਿੱਚ ਘਟੀ ਹੋਈ ਏਕੇਲਨ ਰੂਪ ਵਿੱਚ ਸਾਨੂੰ ਹੁਣ ਧਰੁਵੀਆਂ ਦੀ ਸੰਖਿਆ ਦੀ ਗਿਣਤੀ ਕਰਨੀ ਪਵੇਗੀ। ਇਸ ਲਈ ਸਾਡੇ ਕੋਲ ਇੱਥੇ ਇੱਕ ਧਰੁਵੀ ਹੈ, ਸਾਡੇ ਕੋਲ ਇੱਕ ਹੋਰ ਧਰੁਵੀ ਹੈ 42 ਦੇ ਰੂਪ ਵਿੱਚ। ਇਸ ਲਈ ਇੱਥੇ ਕੁੱਲ ਧਰੁਵੀ ਸਾਡੇ ਕੋਲ 2 ਹਨ ਅਤੇ ਇੱਥੇ ਇਸ ਮੈਟ੍ਰਿਕਸ ਦਾ ਰੈਂਕ 2 ਹੈ। ਇਸ ਲਈ ਇਹ ਰੈਂਕ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ, ਅਸੀਂ ਸਿਰਫ ਮੈਟ੍ਰਿਕਸ ਲੈਂਦੇ ਹਾਂ ਅਤੇ ਇਸ ਨੂੰ ਰੋ ਦੇ ਘਟਾਏ ਗਏ ਰੂਪ ਵਿੱਚ ਰਿਡਿਊਸ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਧਰੁਵੀਆਂ ਦੀ ਗਿਣਤੀ ਕਰਦੇ ਹਾਂ ਅਤੇ ਇਹ ਮੈਟ੍ਰਿਕਸ ਦਾ ਦਰਜਾ ਹੈ। ਆਓ ਅਸੀਂ ਇੱਕ ਹੋਰ ਉਦਾਹਰਨ ਲਈਏ ਜਿੱਥੇ ਅਸੀਂ ਇਹਦਾ ਰੈਂਕ ਲੱਭਾਂਗੇ ਜੋ ਇਸ ਦੁਆਰਾ ਦਿੱਤਾ ਗਿਆ ਹੈ। 1 ਤੋਂ 0 ਘਟਾਓ 1 ਅਤੇ 2 6 -3 ਅਤੇ -3 1 4 4 4 5। ਇਸ ਲਈ ਇਸ ਮੈਟ੍ਰਿਕਸ ਦੇ ਨਾਲ ਅਸੀਂ ਇਸ ਨੂੰ ਰੋ ਘਟਾਏ ਗਏ ਐਸ਼ਲੋਨ ਫਾਰਮਾਂ ਤੱਕ ਘਟਾਵਾਂਗੇ ਤਾਂ ਪਹਿਲਾਂ ਅਸੀਂ ਕਰਾਂਗੇ ਇਸ ਐਲੀਮੈਂਟਸ ਨੂੰ 0 ਤਾਂ 2 ਅਤੇ 1 ਤੇ ਸੈੱਟ ਕਰੋ ਤਾਂ ਕਿ ਅਸੀਂ ਇੱਥੇ 0 0 ਪ੍ਰਾਪਤ ਕਰਦੇ ਹਾਂ। ਹੁਣ ਦੇ ਦੂਜੇ ਵਿੱਚ ਅਸੀਂ ਉਹਨਾਂ ਨੂੰ ਇਸ 2 ਤੋਂ ਹੇਠਾਂ 0 ਤੇ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਸੈੱਟ 0 ਹੋਵੇ ਅਤੇ ਹੁਣ ਅਸੀਂ ਇੱਥੇ ਧਰੁਵੀ ਗਿਣ ਸਕਦੇ ਹਾਂ। ਇਸ ਲਈ ਇਹ ਧਰੁਵੀ ਹੈ ਅਤੇ ਇਹ ਪੀਵਟ ਹੈ ਅਤੇ ਇਹ ਇੱਥੇ ਵੀ ਧਰੁਵੀ ਹੈ। ਇਸ ਲਈ ਸਾਡੇ ਕੋਲ 3 ਧਰੁਵੀ ਹਨ ਇਸ ਕੇਸ ਵਿੱਚ ਅਤੇ ਇਸ ਲਈ ਇਸ ਮੈਟ੍ਰਿਕਸ A ਦਾ ਰੈਂਕ 3 ਹੈ।
ਨਿਰਧਾਰਕ ਦੇ ਟਰਮਜ਼ ਵਿੱਚ ਇਸ ਰੈਂਕ ਨੂੰ ਡਿਟਰਮੀਨੈਂਟ ਕਰਨ ਦਾ ਇੱਕ ਹੋਰ ਤਰੀਕਾ ਹੈ ਤਾਂ ਜੋ ਅਸੀਂ ਹੁਣ ਜਲਦੀ ਹੀ ਸਬਮੈਟ੍ਰਿਕਸ ਦੀ ਇੱਥੇ ਪਹਿਲਾਂ ਪਰਿਭਾਸ਼ਾ ਦੇਵਾਂਗੇ। ਮੰਨ ਲਓ ਕਿ ਇਹ ਆਰਡਰ m ਕਰੋਸ n ਦਾ ਕੋਈ ਮੈਟ੍ਰਿਕਸ ਹੈ। ਤਾਂ ਇਹ ਤੋਂ ਕੁਝ ਕਤਾਰਾਂ ਅਤੇ ਕੁਝ ਕਾਲਮਾਂ ਨੂੰ ਛੱਡ ਕੇ ਪ੍ਰਾਪਤ ਕੀਤੀ ਮੈਟ੍ਰਿਕ ਨੂੰ ਸਬਮੈਟ੍ਰਿਕਸ ਕਿਹਾ ਜਾਂਦਾ ਹੈ। ਇਸ ਲਈ ਮੈਟ੍ਰਿਕਸ ਦਿੱਤਾ ਗਿਆ ਹੈ ਅਸੀਂ ਹਟਾ ਦਿੰਦੇ ਹਾਂ। ਮੰਨ ਲਓ ਕਿ ਪਹਿਲੀ ਕਤਾਰ ਤੀਜਾ ਕਾਲਮ ਹੈ ਫਿਰ ਜੋ ਵੀ ਬਚਿਆ ਹੈ ਇਹ ਮੈਟ੍ਰਿਕਸ ਸਬਮੈਟ੍ਰਿਕਸ ਹੈ। ਜਾਂ ਅਸੀਂ ਹੋਰ ਕਤਾਰਾਂ ਹੋਰ ਕਾਲਮ ਹਟਾ ਸਕਦੇ ਹਾਂ ਤਾਂ ਜੋ ਵੀ ਇਹ ਛੋਟਾ ਹੁਣ ਮੈਟ੍ਰਿਕਸ ਕੁਝ ਰੋ ਅਤੇ ਕੁਝ ਕਾਲਮਾਂ ਨੂੰ ਹਟਾ ਕੇ ਜੋ ਸਬਮੈਟ੍ਰਿਕਸ ਕਿਹਾ ਜਾਂਦਾ ਹੈ। ਇਸ ਲਈ ਇੱਥੇ ਰੈਂਕ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਡਿਟਰਮੀਨੈਂਟ ਤੋਂ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ m ਕਰੋਸ n ਮੈਟ੍ਰਿਕਸ A ਕੋਲ ਰੈਂਕ R ਹੈ। ਇਸ ਦਾ ਰੈਂਕ R ਹੋਵੇਗਾ ਜਦੋਂ ਅਤੇ ਕੇਵਲ ਜੇਕਰ A ਕੋਲ R ਕਰੋਸ R ਸਬਮੈਟ੍ਰਿਕਸ ਹੈ। ਤਾਂ ਸਕੁਏਅਰ ਇੱਕ ਸਕੁਏਅਰ ਨਾਨ ਜ਼ੀਰੋ ਡਿਟਰਮੀਨੈਂਟ ਦੇ ਨਾਲ ਸਬਮੈਟ੍ਰਿਕਸ ਹੈ। ਇਸ ਲਈ ਸਾਨੂੰ ਹੁਣ ਇਸ ਦਿੱਤੇ ਗਏ ਮੈਟ੍ਰਿਕਸ R ਕਰੋਸ R ਸਬਮੈਟ੍ਰਿਕਸ ਤੋਂ ਬਾਹਰ ਨਿਕਲਣਾ ਹੋਵੇਗਾ ਜਿਸਦਾ ਨਾਨ ਜ਼ੀਰੋ ਡਿਟਰਮੀਨੈਂਟ ਹੈ। ਜਦੋਂ ਕਿ R ਪਲਸ 1 ਜਾਂ ਵਧੇਰੇ ਰੋ ਦੇ ਹਰੇਕ ਸਕੁਏਅਰ ਸਬਮੈਟ੍ਰਿਕਸ ਦਾ ਡਿਟਰਮੀਨੈਂਟ 0 ਹੈ। ਇਸ ਲਈ ਸਾਨੂੰ ਪੂਰੇ ਮੈਟ੍ਰਿਕਸ ਨਾਲ ਸ਼ੁਰੂ ਕਰਨਾ ਪਵੇਗਾ। ਜੇਕਰ ਉਦਾਹਰਨ ਲਈ ਇਹ 2/3 ਮੈਟ੍ਰਿਕਸ ਹੈ ਤਾਂ 2/2 ਸਬਮੈਟ੍ਰਿਕਸ ਸਾਨੂੰ ਦੇਖਣਾ ਪਵੇਗਾ ਕਿ ਕੀ ਉਹ ਸਾਰੇ 0 ਹੈ। ਫਿਰ ਸਾਨੂੰ ਇੱਕ ਪੱਧਰ ਤੇ ਜਾਣਾ ਪਵੇਗਾ ਅਤੇ ਇਸ ਤਰ੍ਹਾਂ ਇਸ ਲਈ ਸਾਨੂੰ ਹੁਣ ਇੱਕ ਖਾਸ ਸਥਿਤੀ ਵਿੱਚ ਨਾਨ ਜ਼ੀਰੋ ਡਿਟਰਮੀਨੈਂਟ ਦੇ ਨਾਲ ਇਹ ਸਬਮੈਟ੍ਰਿਕਸ ਦੇਖਣਾ ਹੋਵੇਗਾ ਜਦੋਂ ਇਹ ਸਕੁਏਅਰ n ਕਰੋਸ n ਮੈਟ੍ਰਿਕਸ ਹੁੰਦਾ ਹੈ ਤਾਂ ਇਸ ਦਾ ਰੈਂਕ n ਹੁੰਦਾ ਹੈ ਜੇਕਰ ਨਿਰਧਾਰਕ ਇਹ 0 ਦੇ ਇਕੁਅਲ ਬਰਾਬਰ ਨਹੀਂ ਹੈ। ਇਸ ਲਈ ਸਾਡੇ ਕੋਲ ਇੱਕ ਸਕੁਏਅਰ ਮੈਟ੍ਰਿਕਸ ਹੈ ਅਤੇ ਇਸ ਦਾ ਨਿਰਧਾਰਕ 0 ਦੇ ਇਕੁਅਲ ਬਰਾਬਰ ਨਹੀਂ ਹੈ ਤਾਂ ਇਸ ਦਾ ਪੂਰਾ ਦਰਜਾ ਹੈ। ਇਸ ਲਈ ਰੈਂਕ n ਹੈ ਕਿਉਂਕਿ ਨਿਰਧਾਰਕ ਆਪਣੇ ਆਪ ਵਿੱਚ 0 ਨਹੀਂ ਹੈ ਜੇਕਰ ਡਿਟਰਮੀਨੈਂਟ 0 ਹੈ। ਫਿਰ ਸਾਨੂੰ ਘਟਾਉਣਾ ਹੋਵੇਗਾ ਇਹ ਵੱਖਰਾ ਸੁਬਮੈਟ੍ਰਿਕਸ ਆਰਡਰ ਦੇ n-1 ਸਾਨੂੰ ਸਭ ਨੂੰ ਚੈੱਕ ਕਰਨ ਲਈ ਹੈ ਆਰਡਰ n ਦੇ ਸਬਮੈਟ੍ਰਿਕਸ ਅਤੇ ਉਹਨਾਂ ਦਾ ਡਿਟਰਮੀਨੈਂਟ ਜੇਕਰ ਉਹ ਸਾਰੇ 0 ਹਨ। ਫਿਰ ਸਾਨੂੰ ਮਾਈਨਸ ਅਤੇ ਘਟਾਓ 2 ਅਤੇ ਇਸ ਤਰ੍ਹਾਂ ਕਰਨਾ ਪਵੇਗਾ ਪਰ ਉਦਾਹਰਨ ਲਈ ਇਸ n ਰਿਡਿਊਸ ਇੱਕ ਸਬਮੈਟ੍ਰਿਕਸ ਵਿੱਚ ਇੱਕ ਵੀ ਨਾਨ ਜ਼ੀਰੋ ਡਿਟਰਮੀਨੈਂਟ ਹੈ। ਫਿਰ ਰੈਂਕ ਇਹ ਹੋਵੇਗਾ ਕਿ n-1 ਅਤੇ 0 ਮੈਟ੍ਰਿਕਸ ਦਾ ਰੈਂਕ 0 ਹੈ ਕਿਉਂਕਿ ਸਾਡੇ ਕੋਲ ਇੱਥੇ ਉਦਾਹਰਨ ਲਈ ਇਹ ਸਬਮੈਟ੍ਰਿਕਸ ਨਾਨ ਜ਼ੀਰੋ ਡਿਟਰਮੀਨੈਂਟ ਵਾਲਾ ਕੋਈ ਸਬਮੈਟ੍ਰਿਕਸ ਨਹੀਂ ਹੈ ਜਿਸ ਨੂੰ ਅਸੀਂ ਲੈਵਲ 1 ਤੱਕ ਵੀ ਲੈ ਜਾਂਦੇ ਹਾਂ ਕਿਉਂਕਿ ਸਾਰੀਆਂ ਐਂਟਰੀਆਂ 0 ਹਨ। ਇਸ ਲਈ ਇਹ ਸਾਰੀਆਂ ਸਬਮੈਟ੍ਰਿਕਸ ਤੁਸੀਂ ਜੋ ਵੀ ਆਰਡਰ ਲੈਂਦੇ ਹੋ ਡਿਟਰਮੀਨੈਂਟ 0 ਹੋਣ ਜਾ ਰਿਹਾ ਹੈ। ਇਸ ਲਈ ਇਸ ਨੂੰ ਅਸੀਂ 0 ਮੈਟ੍ਰਿਕਸ ਦਾ ਰੈਂਕ 0 ਕਹਿੰਦੇ ਹਾਂ। ਇੱਥੇ ਇਹ ਸਧਾਰਨ ਉਦਾਹਰਨ A ਲਈ ਜਾਵੇਗੀ ਜੋ 3 1 2 ਅਤੇ 6 2 4 ਅਤੇ 3 1 2 ਇਸ ਲਈ ਇਸ ਉਦਾਹਰਨ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਸੇ ਦਾ ਇਹ ਨਿਰਧਾਰਕ 0 ਹੈ ਜੋ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿਉਂਕਿ 3 1 2 ਅਤੇ ਇਹ ਰੋ ਵੀ 3 1 2 ਹੈ ਇਸ ਲਈ ਇਸ ਦਾ ਡਿਟਰਮੀਨੈਂਟ 0 ਹੋਵੇਗਾ ਤਾਂ ਇਹਦਾ ਡਿਟਰਮੀਨੈਂਟ 0 ਹੈ ਜਿਸ ਦਾ ਮਤਲਬ ਹੈ ਕਿ ਹੁਣ ਰੈਂਕ R 3 ਨਹੀਂ ਹੋ ਸਕਦਾ ਕਿਉਂਕਿ ਸਾਨੂੰ ਇਹ 3/3 ਇੱਕ ਮੈਟ੍ਰਿਕਸ ਨਹੀਂ ਮਿਲ ਰਿਹਾ ਹੈ। ਇਹ ਨਾਨ ਜ਼ੀਰੋ ਹੋਣਾ ਚਾਹੀਦਾ ਹੈ ਡਿਟਰਮੀਨੈਂਟ ਗੈਰ ਜ਼ੀਰੋ ਹੋਣਾ ਚਾਹੀਦਾ ਹੈ ਤਾਂ ਰੈਂਕ 3 ਹੋਵੇਗਾ। ਇਸ ਲਈ ਹੁਣ ਦਰਜਾ 3 ਤੋਂ ਘੱਟ ਹੋਵੇਗਾ ਇਸ ਲਈ ਸਾਨੂੰ ਹੁਣ ਸਬਮੈਟ੍ਰਿਕਸ ਨੂੰ 2/2 ਰੈਂਕ ਦੇ ਸਬਮੈਟ੍ਰਿਕਸ ਦੇ ਡਿਟਰਮੀਨੈਂਟ ਦੀ ਜਾਂਚ ਕਰਨੀ ਪਵੇਗੀ। ਇਸ ਲਈ ਜੇਕਰ ਅਸੀਂ ਇਸ 2 ਨੂੰ 2 ਦੁਆਰਾ ਕੋਈ ਵੀ ਲੈਂਦੇ ਹਾਂ ਸਬਮੈਟ੍ਰਿਕਸ ਉਦਾਹਰਨ ਲਈ ਅਸੀਂ ਇਸ ਨੂੰ ਦੂਜਾ ਰੋ ਦੇ ਤੀਜਾ ਕਾਲਮ ਅਤੇ ਤੀਜੀ ਕਤਾਰ ਨੂੰ ਛੱਡ ਕੇ ਇਸ ਨੂੰ ਲੈਂਦੇ ਹਾਂ ਤਾਂ ਸਾਡੇ ਕੋਲ ਇਹ ਨਿਰਧਾਰਕ ਹੈ ਅਤੇ ਹੁਣ ਇੱਥੇ ਡਿਟਰਮੀਨੈਂਟ 6-6 ਹੋਵੇਗਾ ਤਾਂ ਫਿਰ 0 ਅਸੀਂ ਕੋਈ ਹੋਰ 1 2 2 4 ਇੱਕ ਹੋਰ ਮੈਟ੍ਰਿਕਸ ਲੈਂਦੇ ਹਾਂ ਇੱਥੇ ਵੀ ਇਹ 0 ਹੈ ਜਦੋਂ ਅਸੀਂ ਕਿਸੇ ਵੀ ਡਿਟਰਮੀਨੈਂਟ ਨੂੰ ਲੈਂਦੇ ਹਾਂ ਤਾਂ ਅਸੀਂ ਇਸ ਨੂੰ 6 4 6 ਅਤੇ ਇਹ 4 3 ਅਤੇ 2 ਲੈਂਦੇ ਹਾਂ। ਇਸ ਲਈ ਇੱਥੇ ਵੀ 12-12 0 ਤਾਂ ਕੋਈ ਵੀ ਡਿਟਰਮੀਨੈਂਟ ਅਸੀਂ ਇਸ ਮੈਟ੍ਰਿਕਸ ਵਿੱਚੋਂ 2/2 ਆਰਡਰ ਲੈਂਦੇ ਹਾਂ ਜਵਾਬ 0 ਹੈ। ਇਸ ਲਈ ਸਾਰੇ 2/2 ਸਬਮੈਟ੍ਰਿਕਸ 0 ਡਿਟਰਮੀਨੈਂਟ ਹਨ ਅਤੇ ਇਹੀ ਕਾਰਨ ਹੈ ਕਿ ਅਸੀਂ ਇੱਥੇ ਹਾਂ। ਹੁਣ ਸਾਨੂੰ ਆਰਡਰ 1 ਦੇ ਇਸ ਨਿਰਧਾਰਕ ਦੀ ਖੋਜ ਕਰਨੀ ਪਵੇਗੀ ਪਰ ਇਹ
ਇੱਕ ਡਿਟਰਮੀਨੈਂਟ ਮੈਟ੍ਰਿਕਸ ਹੈ ਤਾਂ ਜੋ ਵੀ ਵੈਲਿਊ ਨਾਨ-ਜ਼ੀਰੋ ਹੋਵੇ। ਸਾਡੇ ਕੋਲ ਇਸ ਲਈ ਹੈ ਕਿ ਰੈਂਕ ਨੂੰ ਉਸ ਸਥਿਤੀ ਵਿੱਚ 1 ਹੋਣਾ ਚਾਹੀਦਾ ਹੈ। ਕਿਉਂਕਿ ਇਹ ਨਾਨ-ਜ਼ੀਰੋ ਮੈਟ੍ਰਿਕਸ ਨਹੀਂ ਹੈ, ਇਸ ਲਈ ਇੱਥੇ ਰੈਂਕ 1 ਹੈ। ਅਤੇ ਇਸ ਉਦਾਹਰਣ 2 ਵਿੱਚ ਅਸੀਂ ਇੱਕ ਹੋਰ ਉਦਾਹਰਣ ਲੈਂਦੇ ਹਾਂ ਜਿੱਥੇ ਅਸੀਂ ਦੁਬਾਰਾ ਜਾਂਚ ਕਰਦੇ ਹਾਂ ਕਿ ਇਹਦਾ ਇਹ ਡਿਟਰਮੀਨੈਂਟ 0 ਹੈ। ਇਸ ਲਈ ਜਦੋਂ ਡਿਟਰਮੀਨੈਂਟ ਇਹ 0 ਹੈ ਤਾਂ ਰੈਂਕ ਮੈਟ੍ਰਿਕਸ ਦੇ ਆਰਡਰ ਤੋਂ ਘੱਟ ਜਾਂ ਇਕੁਅਲ, ਬਰਾਬਰ ਹੋਣਾ ਚਾਹੀਦਾ ਹੈ। ਇੱਕ ਸਕੁਏਅਰ ਮੈਟ੍ਰਿਕਸ ਹੈ, ਇਸ ਲਈ ਇਹਦਾ ਰੈਂਕ 3 ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਉਦਾਹਰਣ ਲਈ ਇਸ ਡਿਟਰਮੀਨੈਂਟ ਨੂੰ ਅਸੀਂ 1 3 2 4 ਲੈਂਦੇ ਹਾਂ। ਅਤੇ ਵੈਲਿਊ 0 4 6 ਘਟਾਓ 2 ਦੇ ਬਰਾਬਰ ਨਹੀਂ ਹੈ ਇਸ ਲਈ ਇਹ 0 ਦੇ ਇਕੁਅਲ, ਬਰਾਬਰ ਨਹੀਂ ਹੈ ਇਸ ਲਈ ਸਾਡੇ ਕੋਲ ਇੱਕ ਸਬਮੈਟ੍ਰਿਕਸ ਹੈ, ਜਿਸ ਦਾ ਨਿਰਧਾਰਕ ਆਰਡਰ 2 ਦਾ ਮੈਟ੍ਰਿਕਸ ਹੈ ਜਿਸ ਦਾ ਡਿਟਰਮੀਨੈਂਟ ਨਾਨ-ਜ਼ੀਰੋ ਹੈ। ਅਤੇ ਹੁਣ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਰੈਂਕ 2 ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਰੈਂਕ ਪ੍ਰਾਪਤ ਕਰਨ ਦੀ ਪਿਛਲੀ ਪ੍ਰਕਿਰਿਆ ਨਾਲੋਂ ਥੋੜ੍ਹਾ ਜਿਹਾ ਮੁਸ਼ਕਲ ਹੈ ਜਿੱਥੇ ਅਸੀਂ ਰੋ ਘਟਾਏ ਐਸ਼ਲੋਨ ਫਾਰਮ ਨੂੰ ਘਟਾ ਦਿੱਤਾ ਹੈ। ਅਤੇ ਫਿਰ ਅਸੀਂ ਆਸਾਨੀ ਨਾਲ ਪਛਾਣ ਕਰ ਸਕਦੇ ਹਾਂ ਕਿ ਇੱਥੇ ਰੈਂਕ ਕੀ ਹੈ। ਤੁਹਾਨੂੰ ਨਿਰਧਾਰਕਾਂ ਦੇ ਇਹਨਾਂ ਵੱਖ-ਵੱਖ ਕ੍ਰਮਾਂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ ਕਿ ਕੋਈ ਚੀਜ਼ ਨਾਨ-ਜ਼ੀਰੋ ਹੈ। ਉਦਾਹਰਣ ਲਈ ਇਹ ਇੱਕ ਆਸਾਨ ਸੀ। ਅਸੀਂ ਆਸਾਨੀ ਨਾਲ ਦੇਖਿਆ ਹੈ ਕਿ ਇਹ ਸਬਮੈਟ੍ਰਿਕਸ 0 ਤੇ ਡਿਟਰਮੀਨੈਂਟ ਹੈ ਇਸ ਲਈ ਰੈਂਕ 2 ਹੈ। ਜੇਕਰ ਅਸੀਂ ਇੱਥੇ ਆਈਡੈਂਟਿਟੀ ਮੈਟ੍ਰਿਕਸ ਲੈਂਦੇ ਹਾਂ ਤਾਂ 1 1। ਅਸੀਂ ਜਾਣਦੇ ਹਾਂ ਕਿ ਇੱਥੇ ਡਿਟਰਮੀਨੈਂਟ 1 ਹੈ ਜੋ 0 ਦੇ ਇਕੁਅਲ, ਬਰਾਬਰ ਨਹੀਂ ਹੈ ਅਤੇ ਇਸ ਲਈ ਇਸ ਮੈਟ੍ਰਿਕਸ ਦਾ ਰੈਂਕ 3 ਹੈ। ਇਸ ਕਨਕਲੂਜਨ ਤੇ ਪਹੁੰਚਣਾ ਕਿ ਅਸੀਂ ਰੈਂਕ 1 ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਨੂੰ ਦੇਖਿਆ ਹੈ, ਜੋ ਕਿ ਵਿੱਚ ਤਰੁਵੀਆਂ ਦੀ ਗਿਣਤੀ ਸੀ। ਕਤਾਰ ਘਟੀ ਹੋਈ ਐਸ਼ਲੋਨ ਫਾਰਮ ਵਿੱਚ ਦੂਜੀ ਇੱਕ ਲੀਨੀਅਰਲੀ ਤੇ ਇੰਡੀਪੈਂਡੈਂਟ ਰੋ ਦੀ ਸੰਖਿਆ ਸੀ। ਇੱਥੇ ਬਹੁਤ ਸਾਰੇ ਲੀਨੀਅਰਲੀ ਤੇ ਇੰਡੀਪੈਂਡੈਂਟ ਕਾਲਮ ਸਨ। ਅਤੇ ਅਸੀਂ ਕਾਲਮ ਸਪੇਸ ਦੇ ਆਯਾਮ ਬਾਰੇ ਵੀ ਗੱਲ ਕਰ ਸਕਦੇ ਹਾਂ ਜੋ ਕਿ ਰੋ ਸਪੇਸ ਦੇ ਰੈਂਕ ਡਾਇਮੈਂਸ਼ਨ ਤੋਂ ਇਲਾਵਾ ਕੁਝ ਨਹੀਂ ਹੈ ਜੋ ਰੈਂਕ ਵੀ ਹੈ ਅਤੇ ਅਸੀਂ ਨਿਰਧਾਰਕਾਂ ਦੇ ਟਰਮਜ਼ ਵਿੱਚ ਰੈਂਕ ਦੀ ਵੀ ਚਰਚਾ ਕੀਤੀ ਹੈ। ਇਸ ਲਈ ਇਹ ਇੱਥੇ ਵਰਤੇ ਗਏ ਹਵਾਲੇ ਹਨ। ਅਤੇ ਤੁਹਾਡੇ ਧਿਆਨ ਲਈ ਧੰਨਵਾਦ।